ਅੱਜ ਅਸੀਂ ਸ਼ਬਦ ਕਰਾਂਗੇ। ਜਿਸ ਤਰ੍ਹਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪਹਿਲੇ ਪਾਤਸ਼ਾਹੀ ਦਾ ਆਗਮਨ ਪੁਰਬ ਆ ਰਿਹਾ ਹੈ ਤੇ ਅਸੀਂ ਅੱਜ ਸ਼ਬਦ ਕਰਾਂਗੇ ਲਖੀ ਨਾ ਜਾਈ ਨਾਨਕ ਲੀਲਾ। ਅਸੀਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਅਸੀਂ ਇਤਿਹਾਸ ਤੋਂ ਤੇ ਆਪ ਸਾਰੇ ਜਾਣੂ ਹੋ, ਪਰ ਅਸੀਂ ਅੱਜ ਦੇਖਾਂਗੇ ਕਿ ਸਾਨੂੰ ਉਹਨਾਂ ਨੇ ਕੀ ਉਪਦੇਸ਼ ਦਿੱਤੇ। ਗੁਰੂ ਗ੍ਰੰਥ ਸਾਹਿਬ 'ਚ ਸਾਡੇ ਗੁਰੂਆਂ ਦੀ ਬਾਣੀਆਂ ਦਰਜ ਨੇ ਔਰ ਗੁਰੂ ਗ੍ਰੰਥ ਸਾਹਿਬ ਨੂੰ 10 ਗੁਰੂਆਂ ਦੀ ਜੋਤ ਦੇਹ ਰੂਪ ਉਹਨਾਂ ਨੇ ਸਾਨੂੰ ਗੁਰੂ ਦਿੱਤੇ ਨੇ, ਜੋ ਕਿ ਹਮੇਸ਼ਾ ਸਾਡੇ ਕੋਲ ਮੌਜੂਦ ਨੇ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਹੋਇਆ ਹੈ। ਬਾਣੀ 'ਚ ਲਿਖਿਆ ਹੈ, ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਹਿ ਲੋਏ। ਗੁਰੂ ਕੌਣ ਹੈ? ਗੁਰੂ ਦਾਤਾ ਹੈ। ਔਰ ਗੁਰੂ ਦਾਤਾ ਕਿਉਂ ਹੈ? ਕਿਉਂਕਿ ਗੁਰੂ ਦਾਤਾ ਵੰਡਦਾ ਹੈ। ਕਿੱਥੋਂ ਦੀਆਂ? ਲੋਕ ਔਰ ਪਰਲੋਕ ਦੀਆਂ ਉਹ ਦਾਤਾਂ ਵੰਡਦਾ ਹੈ। ਗੁਰੂ ਹਿਵੈ ਘਰ, ਗੁਰ ਹਿਵੈ ਘਰ, ਹਿਵੈ ਕਹਿੰਦੇ ਨੇ ਬਰਫ਼ ਨੂੰ, ਕਿ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਜਿਸ ਤਰ੍ਹਾਂ ਬਰਫ਼ ਠੰਡੀ ਹੁੰਦੀ ਹੈ, ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਸਾਨੂੰ ਠੰਡ ਪੈ ਜਾਂਦੀ ਹੈ, ਸਾਨੂੰ ਸ਼ਾਂਤੀ ਮਿਲ ਜਾਂਦੀ ਹੈ ਗੁਰੂ ਦੀ ਸ਼ਰਨ ਵਿੱਚ ਆਇਆ। ਗੁਰ ਦੀਪਕ ਤਹਿ ਲੋਏ, ਗੁਰ ਦੀਪਕ ਹੈ। ਦੀਪਕ ਕਿਸ ਤਰ੍ਹਾਂ ਹੈ? ਜਿਸ ਤਰ੍ਹਾਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਦਾ ਮਤਲਬ ਹੀ ਹੈ ਜੋ ਸਾਨੂੰ ਅਗਿਆਨਤਾ ਚੋਂ ਕੱਢ ਕੇ, ਜੋ ਸਾਨੂੰ ਗਿਆਨ ਦਾ ਦੀਪਕ, ਸਾਨੂੰ ਉਹ ਰੋਸ਼ਨੀ ਦਿੰਦਾ ਹੈ, ਗਿਆਨ ਦਾ ਦੀਪਕ ਸਾਡੇ ਅੰਦਰ ਜਲਾਉਂਦਾ ਹੈ, ਉਹ ਹੀ ਗੁਰੂ ਹੈ। ਤੇ ਇਸ ਲਈ ਗੁਰ ਦੀਪਕ ਤਹਿ ਲੋਏ, ਗੁਰੂ ਉਹੀ ਹੈ ਜੋ ਸਾਨੂੰ ਰੋਸ਼ਨੀ ਦਿੰਦਾ ਹੈ, ਜੋ ਸਾਨੂੰ ਅਗਿਆਨਤਾ ਚੋਂ ਕੱਢਦਾ ਹੈ। ਗੁਰ ਪਦਾਰਥ ਅਮਰ ਪਦਾਰਥ ਨਾਨਕਾ। ਔਰ ਗੁਰੂ ਦੇ ਕੋਲ ਕੀ ਹੈ? ਗੁਰੂ ਦੇ ਕੋਲ ਅਮਰ ਪਦਾਰਥ ਵੀ ਹੈ। ਅਮਰ ਪਦਾਰਥ ਕੀ ਹੁੰਦਾ ਹੈ? ਅਮਰ ਪਦਾਰਥ ਹੁੰਦਾ ਹੈ ਅਮਰ, ਜੋ ਕਿ ਕਦੀ ਮਰਦਾ ਨਹੀਂ, ਕੋਈ ਅਮਰ ਜੋ ਹਮੇਸ਼ਾ ਰਹਿੰਦਾ ਹੈ। ਔਰ ਉਹ ਅਮਰ ਪਦਾਰਥ ਕੀ ਹੈ? ਕਿ ਗੁਰੂ ਦੀ ਸ਼ਰਨ 'ਚ ਆਇਆ ਸਾਨੂੰ ਉਹ ਜਨਮ ਮਰਨ ਦੇ ਗੇੜੇ 'ਚੋਂ ਸਾਨੂੰ ਗੁਰੂ ਕੱਢ ਲੈਂਦਾ ਹੈ। ਪਰ ਉਹ ਫਿਰ ਕਿਹਨੂੰ ਕੱਢਦਾ ਹੈ? ਮਨ ਮਾਨੀਏ ਸੁਖ ਹੋਏ। ਪਰ ਜਦੋਂ ਅਸੀਂ ਮਨ ਤੋਂ ਗੁਰੂ ਦੇ ਬਚਨ ਮੰਨਾਂਗੇ, ਗੁਰੂ ਦੇ ਉਪਦੇਸ਼ ਸੁਣਾਂਗੇ ਤੇ ਸਾਨੂੰ ਆਤਮਿਕ ਸੁਖ ਮਿਲੇਗਾ। ਇਹ ਉਸ ਨੂੰ ਹੀ ਉਹ ਅਮਰ ਪਦਾਰਥ ਪ੍ਰਾਪਤ ਹੋਏਗਾ ਜੋ ਗੁਰੂ ਦੀ ਸ਼ਰਨ ਵਿੱਚ ਆਂਦਾ ਹੈ। ਤੇ ਗੁਰੂ ਦੇ ਕੋਲ ਤੇ ਬਹੁਤ ਕੁਝ ਹੈ, ਪਰ ਹੁਣ ਅਸੀਂ ਗੁਰੂ ਦੇ ਕੋਲੋਂ ਇਹ ਸਾਰੀਆਂ ਚੀਜ਼ਾਂ ਅਸੀਂ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ? ਇਹ ਅਸੀਂ ਹਾਸਲ ਕਰ ਸਕਦੇ ਹਾਂ ਜਦੋਂ ਅਸੀਂ ਗੁਰੂ ਦੇ ਉਪਦੇਸ਼ ਮੰਨਾਂਗੇ। ਔਰ ਅਸੀਂ ਉਪਦੇਸ਼ ਕਦੋਂ ਮੰਨਾਂਗੇ? ਜਦੋਂ ਅਸੀਂ ਬਾਣੀ ਸੁਣਾਂਗੇ, ਗੁਰੂ ਦੇ ਬਚਨ ਸੁਣਾਂਗੇ, ਗੁਰੂ ਦੇ ਉਪਦੇਸ਼ ਅਸੀਂ ਕਮਾਵਾਂਗੇ। ਉਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਜਦੋਂ ਅਸੀਂ ਸੰਗਤ ਦੇ ਵਿੱਚ ਜਾਵਾਂਗੇ, ਸੰਗਤ ਦੇ ਵਿੱਚ ਜਾ ਕੇ ਸਾਨੂੰ ਗਿਆਨ ਮਿਲੇਗਾ। ਜਦੋਂ ਸਾਨੂੰ ਗਿਆਨ ਮਿਲੇਗਾ, ਅਸੀਂ ਰੋਜ਼ ਸੰਗਤ ਕਰਾਂਗੇ, ਬਾਣੀ ਅਸੀਂ ਸੁਣਾਂਗੇ, ਬਾਣੀ ਅਸੀਂ ਆਪਣੇ ਸਰਵਣ ਕਰਾਂਗੇ ਤੇ ਅਸੀਂ ਉਪਦੇਸ਼ ਸੁਣਾਂਗੇ, ਸਾਨੂੰ ਗੁਰੂ ਕੀ ਕਹਿੰਦੇ ਨੇ, ਤੇ ਫਿਰ ਉਹ ਸਾਨੂੰ ਗਿਆਨ ਦੀ ਪ੍ਰਾਪਤੀ ਹੋਏਗੀ, ਸਾਡਾ ਮਾਰਗ ਦਰਸ਼ਨ ਹੋਏਗਾ, ਫਿਰ ਹੀ ਗੱਲ ਬਣੇਗੀ। ਫਿਰ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਗਤ ਗੁਰੂ ਕਿਹਾ ਹੈ ਕਿ ਜਾਹਰ ਪੀਰ ਜਗਤ ਗੁਰ ਬਾਬਾ। ਉਹਨਾਂ ਨੂੰ ਸਾਰਿਆਂ ਨੇ ਆਪਣਾ ਗੁਰੂ ਮੰਨਿਆ ਹੈ, ਕਿਉਂਕਿ ਉਹਨਾਂ ਦਾ ਆਗਮਨ ਹੋਇਆ ਸੀ ਸੰਸਾਰ ਦੇ ਭਲੇ ਵਾਸਤੇ, ਸੰਸਾਰ ਨੂੰ ਪਰਮ ਸ਼ਕਤੀ ਇੱਕ ਓਂਕਾਰ ਦੇ ਨਾਲ ਜੋੜਨ ਵਾਸਤੇ। ਤੇ ਉਹਨਾਂ ਦਾ ਆਗਮਨ ਹੋਇਆ ਸੀ ਕਿ ਦੁਨੀਆ ਨੂੰ ਭਰਮਾਂ ਵਿੱਚੋਂ ਕੱਢਣ ਵਾਸਤੇ। ਤੇ ਉਹਨਾਂ ਦੇ ਬਹੁਤ ਸਾਰੇ ਉਹਨਾਂ ਦੇ ਸਿੱਖ ਨੇ ਜਿਨ੍ਹਾਂ ਨੇ ਉਹਨਾਂ ਦੇ ਬਚਨ ਸੁਣੇ, ਉਹਨਾਂ ਦੇ ਉਪਦੇਸ਼, ਉਹਨਾਂ ਦੇ ਬਚਨ ਕਮਾਏ ਔਰ ਉਹਨਾਂ ਨੇ ਆਪਣਾ ਜੀਵਨ ਸਫਲਾ ਕੀਤਾ। ਔਰ ਉਹਨਾਂ ਦੇ ਜੀਵਨ ਤੋਂ ਦੂਜੇ ਵੀ ਪ੍ਰੇਰਿਤ ਹੋਏ। ਜੋ ਗੁਰੂ ਦਾ ਸਿੱਖ ਹੈ, ਜੋ ਗੁਰੂ ਦਾ ਸਿੱਖ ਹੈ, ਉਹਦਾ ਜੀਵਨ ਹੀ ਪ੍ਰੇਰਣਾ ਹੈ, ਉਹਦਾ ਜੀਵਨ ਹੀ ਪ੍ਰਚਾਰ ਹੈ। ਹੁਣ ਅਸੀਂ ਦੇਖ ਰਹੇ ਹਾਂ ਅੱਜ ਕੱਲ੍ਹ ਦੇ ਕੋਵਿਡ ਦੇ ਟਾਈਮ ਤੇ ਸਾਰੇ ਸਿੱਖ
ਜਗਤ ਦੀ ਉਹਨਾਂ ਨੂੰ ਲੰਗਰ ਬਣਾ ਕੇ ਉਹਨਾਂ ਦੀਆਂ ਦਵਾਈਆਂ ਵੀ ਦੇ ਰਹੇ ਨੇ, ਉਹਨਾਂ ਨੂੰ ਲੰਗਰ ਪ੍ਰਸ਼ਾਦੇ ਵੀ ਕਰ ਰਹੇ ਨੇ, ਉਹਨਾਂ ਦੀ ਹੋਰ ਵੀ ਜ਼ਰੂਰਤਾਂ ਪੂਰੀਆਂ ਕਰ ਰਹੇ ਨੇ। ਉਹ ਗੁਰੂ ਨਾਨਕ ਪਾਤਸ਼ਾਹ ਦੇ ਦੱਸੇ ਹੋਏ ਮਾਰਗ ਤੇ ਕਿ ਉਪਦੇਸ਼ ਤੇ ਉਹ ਚੱਲਦੇ ਨੇ। ਤੇ ਇਸ ਲਈ ਅਸੀਂ ਅੱਜ ਦੇਖਾਂਗੇ, ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜੋ ਸਿੱਖਾਂ ਨੇ ਜੋ ਉਪਦੇਸ਼, ਉਹਨਾਂ ਦੇ ਬਚਨ ਸੁਣੇ, ਬਚਨ ਕਮਾਏ, ਉਹਨਾਂ ਦੀ ਬਾਣੀ ਤੇ ਚੱਲੇ, ਉਹਨਾਂ ਨੂੰ ਆਪਣੇ ਜੀਵਨ 'ਚ ਧਾਰਨ ਕੀਤਾ। ਉਹਨਾਂ ਨੇ ਆਪਣਾ ਜੀਵਨ ਤੇ ਸਫਲਾ ਕੀਤਾ ਹੀ, ਪਰ ਉਹਨਾਂ ਦੇ ਜੀਵਨ ਤੋਂ ਹੋਰ ਪ੍ਰੇਰਣਾ ਕਈਆਂ ਨੂੰ ਮਿਲੀ। ਅੱਜ ਅਸੀਂ ਅਸੀਂ ਡਿਸਕਸ ਕਰਾਂਗੇ ਕਿ ਬਾਬਾ ਜੀ ਦੇ ਅਗਰ ਅਸੀਂ ਹੁਕਮ ਮੰਨਦੇ ਹਾਂ, ਉਪਦੇਸ਼ ਅਗਰ ਬਚਨ ਸੁਣਦੇ ਹਾਂ, ਉਪਦੇਸ਼ ਕਮਾਉਂਦੇ ਹਾਂ, ਤੇ ਫਿਰ ਉਹਦੇ ਨਾਲ ਸਾਡੇ ਜੀਵਨ 'ਚ ਕੀ ਕੁਛ ਅਸੀਂ ਕੀ ਪ੍ਰਾਪਤ ਨਹੀਂ ਕਰ ਸਕਦੇ। ਪਰ ਉਹ ਸਾਰਾ ਮਨ ਤੋਂ ਕਰਨਾ ਪਏਗਾ, ਗੱਲ ਤਾਂ ਹੀ ਬਣਦੀ ਹੈ। ਤੇ ਅਸੀਂ ਅੱਜ ਇੱਥੋਂ ਸ਼ੁਰੂਆਤ ਕਰਾਂਗੇ। ਭਾਈ ਲਹਿਣਾ ਜੀ ਦੁਕਾਨਦਾਰ ਨੇ, ਉਹਨਾਂ ਦੀ ਪਰਚੂਨ ਦੀ ਦੁਕਾਨ ਹੈ, ਔਰ ਉਹਨਾਂ ਦੀ ਦੁਕਾਨ ਦੇ ਵਿੱਚ ਹਰ ਇੱਕ ਚੀਜ਼ ਹੈ। ਤੇ ਉਹ ਸ਼ੁਰੂ ਤੋਂ ਉਦੋਂ ਤੱਕ ਤੇ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਨਹੀਂ ਸੀ, ਤੇ ਉਹ ਦੇਵੀ ਦੀ ਪੂਜਾ ਕਰਦੇ ਸੀ। ਤੇ ਉਹਨਾਂ ਦੇ ਪਿਤਾ ਜੀ ਕੀ ਸੀ ਕਿ ਉਹ ਸੰਗਤਾਂ ਨੂੰ ਲੈ ਕੇ ਉਹ ਜਗਰਾਤੇ ਕੱਟਦੇ ਹੁੰਦੇ ਸੀ, ਤੇ ਪਿਤਾ ਜੀ ਦੇ ਨਾਲ ਉਹਨਾਂ ਦਾ ਸਹਿਯੋਗ ਦਿੰਦੇ ਸੀ ਭਾਈ ਲਹਿਣਾ ਜੀ। ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਣ ਇਹ ਤੇ ਥੋੜੇ ਇਹ ਰਹਿਮ ਦਿਲ ਵੀ ਸੀਗੇ, ਕਿਉਂਕਿ ਇਹਨਾਂ ਦੇ ਇਹ ਪਿਤਾ ਜੀ ਦੇ ਕਰਕੇ ਇਹ ਉਸ ਚੀਜ਼ ਸੀਗੇ, ਕਿਉਂਕਿ ਦੇਵੀ ਨੂੰ ਮੰਨਦੇ ਸੀ ਤੇ ਜਗਰਾਤੇ ਵੀ ਕੱਟਦੇ ਸੀ। ਤੇ ਉਹਨਾਂ ਦੇ ਸਾਥ, ਉਹਨਾਂ ਦੇ ਨਾਲ ਰਹਿਣ 'ਚ ਇਹ ਉਹਨਾਂ ਦੇ ਨਾਲ ਜਾਂਦੇ ਤੇ ਜ਼ਰੂਰ ਸੀ, ਔਰ ਇਹ ਬੜੇ ਨਰਮ ਦਿਲ ਸੀਗੇ। ਔਰ ਇਹ ਪਿਤਾ ਜੀ ਦੇ ਨਾਲ ਜਾਂਦੇ ਸੀ, ਪੂਜਾ ਵੀ ਕਰਦੇ ਸੀ, ਪਰ ਜਿਹੜੇ ਉਹਨਾਂ ਨੂੰ ਅੰਦਰੋਂ ਜੋ ਤਲਾਸ਼ ਸੀ, ਜੋ ਉਹਨਾਂ ਦੇ ਦਿਲ 'ਚ ਜਿਹੜੀ ਸੈਟਿਸਫੈਕਸ਼ਨ ਸੀ, ਉਹ ਉਹਨਾਂ ਨੂੰ ਮਿਲ ਨਹੀਂ ਰਹੀ ਸੀ। ਤੇ ਇੱਕ ਵਾਰੀ ਕੀ ਹੁੰਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਦਾ ਇੱਕ ਸਿੱਖ ਭਾਈ ਸਿਆਂ ਜੀ, ਉਹ ਲਹਿਣਾ ਜੀ ਦੀ ਦੁਕਾਨ ਤੇ ਆਉਂਦੇ ਨੇ, ਔਰ ਸ਼ੁਕਰ ਮਨਾਈ ਜਾ ਰਹੇ ਨੇ, ਸ਼ੁਕਰ ਦਾਤਾ ਤੇਰਾ, ਵਾਹਿਗੁਰੂ ਸਤਿਗੁਰੂ ਤੇਰਾ ਸ਼ੁਕਰਾਨਾ, ਤੇਰਾ ਸ਼ੁਕਰਾਨਾ। ਔਰ ਭਾਈ ਲਹਿਣਾ ਜੀ ਨੂੰ 2 ਟਕੇ ਦਿੰਦੇ ਨੇ, ਕਹਿੰਦੇ ਨੇ ਭਾਈ ਇਹ 2 ਟਕਿਆਂ ਦਾ ਮੈਨੂੰ ਆਟਾ ਦੇ ਦਿਓ। ਔਰ ਆਟਾ ਮੰਗਦੇ ਨੇ, ਔਰ ਕਹਿੰਦੇ ਨੇ ਵਿੱਚ 1 ਚੁਟਕੀ ਲੂਣ ਦੀ ਵੀ ਪਾ ਦੇਣਾ। ਔਰ ਜਿਸ ਤਰ੍ਹਾਂ ਉਹ ਸੌਦਾ ਤੋਲ ਰਹੇ ਹੁੰਦੇ ਨੇ, ਆਟਾ ਤੋਲ ਰਹੇ ਹੁੰਦੇ ਨੇ, ਤੇ ਉਹ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਇੱਕ ਦੂਸਰੇ ਦੇ ਨਾਲ ਖੜੇ ਹੋ ਕੇ ਜਿਸ ਤਰ੍ਹਾਂ ਆਪਣੇ ਘਰ ਦੀਆਂ ਗੱਲਾਂ ਕਰ ਲੈਂਦੇ ਸੀ, ਤੇ ਉਹ ਕਹਿੰਦੇ ਉਹਦੇ 'ਚ ਉਹ ਦੱਸਦੇ ਨੇ, ਭਾਈ ਸਿਆਂ ਜੀ ਦੱਸਦੇ ਨੇ ਕਿ 3-4 ਦਿਨ ਹੋ ਗਏ ਉਹਨਾਂ ਨੂੰ ਮਿਹਨਤ ਮਜ਼ਦੂਰੀ ਨਹੀਂ ਮਿਲੀ, ਤੇ ਸ਼ੁਕਰਾ ਬਾਬਾ ਜੀ ਦਾ ਸ਼ੁਕਰਾਨਾ ਹੈ, ਸਤਿਗੁਰੂ ਦਾ ਸ਼ੁਕਰਾਨਾ ਹੈ, ਅੱਜ ਉਹਨਾਂ ਨੂੰ ਮਜ਼ਦੂਰੀ ਮਿਲੀ ਹੈ, 2 ਟਕੇ ਮਿਲੇ ਨੇ, ਤੇ ਉਹਨਾਂ ਨੇ ਅੱਜ 2 ਟਕੇ ਕਮਾਏ ਨੇ। ਤੇ ਇਸ ਲਈ ਮਜ਼ਦੂਰੀ ਨਾ ਮਿਲਣ ਕਰਕੇ 2-3-4 ਦਿਨਾਂ ਤੋਂ ਉਹ ਆਪ ਖੁਦ ਉਹਨਾਂ ਦੀ ਧਰਮ ਪਤਨੀ ਔਰ ਇੱਕ ਉਹਨਾਂ ਦਾ ਛੋਟਾ ਬੱਚਾ ਜੋ ਕਿ ਮਾਂ ਦਾ ਦੁੱਧ ਪੀਂਦਾ ਹੈ, ਉਹ ਤਿੰਨੋਂ ਜਾਣੇ 3 ਦਿਨਾਂ ਤੋਂ ਭੁੱਖੇ ਨੇ, ਤੇ ਉਹਨਾਂ ਨੇ ਕੁਝ ਖਾਦਾ ਨਹੀਂ ਹੈ। ਤੇ ਸ਼ੁਕਰਾਨਾ ਬਾਬਾ ਜੀ ਦਾ ਕਰਦੇ ਹੋਏ ਕਿ ਅੱਜ ਉਹਨਾਂ ਨੂੰ 2 ਟਕੇ ਮਿਲੇ ਨੇ, ਤੇ ਉਹ ਉਹਨਾਂ ਦੇ ਪਾਸ ਭਾਈ ਲਹਿਣਾ ਜੀ ਦੇ ਕੋਲ ਆਟਾ ਲੈਣ ਆਏ ਨੇ, ਔਰ ਕਹਿੰਦੇ ਨੇ ਇਹਦੇ ਵਿੱਚ 1 ਚੁਟਕੀ ਲੂਣ ਪਾ ਦੇਣਾ, ਤਾਂ ਕਿ ਅਸੀਂ ਘਰ ਜਾ ਕੇ ਪ੍ਰਸ਼ਾਦਾ, ਲੂਣ ਵਾਲਾ ਪ੍ਰਸ਼ਾਦਾ ਬਣਾ ਕੇ ਅਸੀਂ ਛਕ ਸਕੀਏ। ਤੇ ਜਦੋਂ ਉਹ ਭਾਈ ਲਹਿਣਾ ਜੀ ਵੀ ਦੇਵੀ ਪੂਜਦੇ ਨੇ, ਨਰਮ ਦਿਲ ਦੇ ਹੁੰਦੇ ਨੇ, ਨੇਕ ਇਨਸਾਨ ਹੁੰਦੇ ਨੇ, ਉਹਨਾਂ ਦੀ ਆਦਤ ਹੁੰਦੀ ਹੈ ਕਿ ਉਹਨਾਂ ਦੀ ਦੁਕਾਨ ਤੇ ਜਿਹੜਾ ਵੀ ਬੰਦਾ ਸੌਦਾ ਲੈਣ ਆਂਦਾ ਹੈ, ਉਹ ਉਹਨਾਂ ਨੂੰ ਥੋੜਾ ਆਪਣੀ ਵੱਲੋਂ ਜ਼ਿਆਦਾ ਤੋਲ ਕੇ ਦਿੰਦੇ ਨੇ ਕਿ ਮੇਰੇ ਵੱਲੋਂ ਕਿਸੇ ਨੂੰ ਘੱਟ ਕੁਛ ਸਮਾਨ ਨਾ ਜਾਏ। ਤੇ ਉਹ ਜਦੋਂ ਦੇਖਦੇ ਨੇ ਕਿ 2 ਟਕਿਆਂ ਦਾ ਆਟਾ, ਇਹਦੇ 'ਚ ਸਿਰਫ 3 ਹੀ ਪ੍ਰਸ਼ਾਦੇ ਬਣਨੇ ਨੇ, ਬਹੁਤ ਥੋੜਾ ਹੈ, ਔਰ ਇਹ ਮਸੀਹਾ ਜੀ, ਉਹਨਾਂ ਦੀ ਪਤਨੀ ਔਰ ਉਹਨਾਂ ਦਾ ਛੋਟਾ ਬੱਚਾ ਜੋ ਕਿ ਮਾਂ ਦਾ ਦੁੱਧ ਪੀਂਦਾ ਹੈ, ਉਹ ਭੁੱਖੇ ਨੇ 3 ਦਿਨਾਂ ਤੋਂ, ਤੇ ਉਹ ਆਪਣੇ ਵੱਲੋਂ ਉਹਨਾਂ ਦੇ ਆਟੇ ਦੇ ਵਿੱਚ 1 ਬੁੱਕ ਭਰ ਕੇ ਆਟਾ ਜ਼ਿਆਦਾ ਪਾ ਦਿੰਦੇ ਨੇ। ਤੇ ਜਦੋਂ ਭਾਈ ਸਿਆਂ ਜੀ ਦੇਖਦੇ ਨੇ, ਉਹ ਕਹਿੰਦੇ ਨੇ ਇਹ ਤੁਸੀਂ ਕੀ ਕੀਤਾ, ਤੁਸੀਂ ਇਹ ਫालतू ਆਟਾ ਕਿਉਂ ਪਾਇਆ? ਉਹ ਕਹਿੰਦੇ ਨੇ ਤੁਸੀਂ 3 ਦਿਨਾਂ ਦੇ ਭੁੱਖੇ ਹੋ, ਇਹਦੇ 'ਚ ਸਿਰਫ 3 ਫੁਲਕੇ 3 ਪ੍ਰਸ਼ਾਦੇ ਪਕਣੇ ਨੇ, ਤੇ ਤੁਸੀਂ ਪੇਟ ਭਰ ਕੇ ਰੱਜ ਕੇ ਖਾਓ, ਤੇ ਮੈਨੂੰ ਇਹਦੇ ਤੋਂ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਥੋੜਾ ਜਿਹਾ ਆਪ ਜੀ ਨੂੰ ਆਟਾ ਮੈਂ ਜ਼ਿਆਦਾ ਦੇ ਦੇਵਾਂ।
ਭਾਈ ਸਿੰਘਾਂ ਜੀ ਕਹਿੰਦੇ ਨੇ, ਕਹਿੰਦੇ ਆਪ ਜੀ ਨੂੰ ਫਰਕ ਨਹੀਂ ਪੈਂਦਾ, ਪਰ ਮੈਨੂੰ ਤੇ ਬਹੁਤ ਫਰਕ ਪੈਂਦਾ ਹੈ, ਕਿਉਂਕਿ ਮੇਰੇ ਗੁਰੂ ਨੇ ਕਿਹਾ ਹੈ ਕਿ ਪਰਾਇਆ ਹੱਕ ਨਹੀਂ ਖਾਣਾ, ਤੇ ਇਸ ਲਈ ਮੈਨੂੰ ਬਹੁਤ ਫਰਕ ਪੈਂਦਾ ਹੈ। ਤੇ ਉਹ ਕਹਿੰਦੇ ਲਹਿਣਾ ਜੀ ਕਹਿੰਦੇ ਨੇ, ਕਹਿੰਦੇ ਤੇਰਾ ਗੁਰੂ ਦੇਖ ਥੋੜੀ ਰਿਹਾ ਹੈ, ਮੈਂ ਤੇ ਆਪਣੀ ਖੁਸ਼ੀ ਦੇ ਨਾਲ ਪਾਇਆ ਹੈ ਆਟਾ। ਪਰ ਸਿੰਘਾਂ ਜੀ ਕਹਿੰਦੇ ਨੇ, ਕਹਿੰਦੇ ਨਹੀਂ, ਮੈਂ ਆਪਣੇ ਗੁਰੂ ਦੇ ਬਚਨ ਕਮਾਣੇ ਨੇ, ਮੈਂ ਆਪਣੇ ਗੁਰੂ ਦੀ ਆਗਿਆ ਟਾਲਣੀ ਨਹੀਂ ਆ। ਉਹਨਾਂ ਨੇ ਕਿਹਾ ਹੈ ਕਿ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ, ਗੁਰਪੀਰ ਹਾਂ ਮਾਤਾ ਪਰੇ, ਜਾਂ ਮੁਰਦਾਰ ਨਾ ਖਾਏ। ਉਹ ਕਹਿੰਦੇ ਨੇ ਮੇਰਾ ਗੁਰੂ ਕਹਿੰਦਾ ਕਿ ਪਰਾਇਆ ਹੱਕ ਖਾਣਾ ਮੁਰਦਾ ਖਾਣ ਦੇ ਬਰਾਬਰ ਹੈ, ਔਰ ਅਗਰ ਮੈਂ ਪਰਾਇਆ ਹੱਕ ਲਿੱਤਾ ਤੇ ਫਿਰ ਮੈਨੂੰ ਮੇਰੇ ਗੁਰੂ ਨੇ ਮੇਰੀ ਬਾਂਹ ਨਹੀਂ ਫੜਨੀ। ਬੜੇ ਹੈਰਾਨ ਹੁੰਦੇ ਨੇ। ਪਹਿਲਾਂ ਦੇਖੋ ਸਿੰਘਾਂ ਜੀ ਨੇ ਆਪਣੇ ਸਤਿਗੁਰਾਂ ਦਾ ਜੋ ਬਾਬਾ ਜੀ ਨੇ ਕਿਹਾ ਸੀ, ਪਹਿਲਾਂ ਉਹਨਾਂ ਨੇ ਬਚਨ ਕਮਾਇਆ, ਉਪਦੇਸ਼ ਕਮਾਇਆ ਕਿ ਉਹ ਭੁੱਖੇ ਵੀ ਰਹੇ ਪਰ ਤਾਂ ਵੀ ਸ਼ੁਕਰਾਨਾ ਕਰ ਰਹੇ ਸੀ। ਦੂਸਰਾ ਉਹਨਾਂ ਨੇ ਬਚਨ ਕਮਾਇਆ, ਉਪਦੇਸ਼ ਕਮਾਇਆ ਭਾਈ ਸਿੰਘਾਂ ਜੀ ਨੇ ਕਿ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ, ਪਰਾਇਆ ਹੱਕ ਨਹੀਂ ਲੈਣਾ ਚਾਹੀਦਾ। ਉਹ ਬੜੇ ਹੈਰਾਨ ਹੁੰਦੇ ਨੇ। ਉਹ ਕਹਿੰਦੇ ਨੇ ਕਿ ਐਨੇ 2-3 ਦਿਨਾਂ ਤੇ ਭੁੱਖੇ ਨੇ, ਪਰ ਫਿਰ ਵੀ ਇਹ ਕਹਿੰਦੇ ਨੇ ਮੈਂ ਜ਼ਿਆਦਾ ਨਹੀਂ ਲੈਣਾ, ਆਟਾ ਨਹੀਂ ਲੈਣਾ। ਉਹਨਾਂ ਨੂੰ ਕਹਿੰਦੇ ਨੇ, ਲਹਿਣਾ ਜੀ ਨੂੰ ਕਹਿੰਦੇ ਨੇ, ਭਾਈ ਤੂੰ ਆਪਣਾ ਆਟਾ ਕੱਢ ਲੈ। ਲਹਿਣਾ ਜੀ ਆਪਣਾ ਆਟਾ ਕੱਢ ਲੈਂਦੇ ਨੇ, ਔਰ ਉਹ ਖੁਸ਼ੀ ਸ਼ੁਕਰਾਨਾ ਕਰਦੇ ਹੋਏ ਸਿੰਘਾਂ ਜੀ ਆਪਣੇ ਘਰ ਵੱਲ ਤੁਰ ਪੈਂਦੇ ਨੇ। ਪਰ ਉਹਨਾਂ ਦੀ ਇਹ ਗੱਲਾਂ ਦਾ ਪ੍ਰਭਾਵ ਲਹਿਣਾ ਜੀ ਤੇ ਇੰਨਾ ਪੈਂਦਾ ਹੈ ਕਿ ਉਹ ਆਪਣੀ ਦੁਕਾਨ ਛੱਡ ਕੇ ਸਿੰਘਾਂ ਜੀ ਦੇ ਪਿੱਛੇ ਚੱਲ ਪੈਂਦੇ ਨੇ ਕਿ ਮੈਂ ਇਹਦੇ ਦੇਖਾਂ ਇਹਦਾ ਜੀਵਨ ਕਿਸ ਤਰ੍ਹਾਂ ਦਾ ਹੈ, ਇਹਦਾ ਘਰ-ਬਾਰ ਕਿਸ ਤਰ੍ਹਾਂ ਦਾ ਹੈ। ਉਹ ਉਹਦੇ ਪਿੱਛੇ ਚੱਲ ਪੈਂਦੇ ਨੇ। ਇਹ ਸਿੰਘਾਂ ਜੀ ਨੂੰ ਨਹੀਂ ਪਤਾ। ਸਿੰਘਾਂ ਜੀ ਆਪਣੇ ਘਰ ਜਾਂਦੇ ਨੇ, ਜਾ ਕੇ ਉਹ ਆਪਣੀ ਧਰਮ ਪਤਨੀ ਨੂੰ ਆਵਾਜ਼ ਮਾਰਦੇ ਨੇ, ਕਹਿੰਦੇ ਭਾਗਵਾਨੇ ਅੱਜ ਤੇ ਸਤਿਗੁਰਾਂ ਦੀ ਬਹੁਤ ਮਿਹਰ ਹੋਈ ਹੈ, ਅੱਜ ਤੇ ਮੈਨੂੰ 2 ਟਕੇ ਦੀ ਕਮਾਈ ਹੋਈ ਹੈ, ਤੇ ਮੈਂ ਆਟਾ ਲੈ ਆਇਆ ਹਾਂ ਤੇ ਨਾਲ ਲੂਣ ਲੈ ਕੇ ਆਇਆ, ਤੇ ਜਾਓ ਤੁਸੀਂ ਪ੍ਰਸ਼ਾਦਾ ਤਿਆਰ ਕਰੋ। ਉੱਥੇ ਪਿੱਛੇ ਲਹਿਣਾ ਜੀ ਦੇਖਦੇ ਨੇ, ਛੁਪ ਕੇ ਦੇਖਦੇ ਨੇ ਕਿ ਘਰ ਟੁੱਟਾ ਹੋਇਆ ਹੈ ਔਰ ਘਰ 'ਚ ਕੁਝ ਵੀ ਨਹੀਂ ਹੈ। ਤੇ ਬੜੇ ਹੈਰਾਨ ਹੁੰਦੇ ਨੇ ਕਿ ਘਰ 'ਚ ਕੁਝ ਵੀ ਨਹੀਂ ਹੈ, ਪਰ ਫਿਰ ਵੀ ਇਹਨਾਂ ਨੇ ਐਕਸਟਰਾ ਮੇਰੇ ਕੋ ਕੁਝ ਨਹੀਂ ਲਿੱਤਾ। ਉਹਨਾਂ ਦੀ ਧਰਮ ਪਤਨੀ ਕਹਿੰਦੀ ਹੈ ਹਾਂਜੀ ਠੀਕ ਹੈ, ਔਰ ਉਹ ਜਾ ਕੇ ਪ੍ਰਸ਼ਾਦੇ ਬਣਾ ਲਿਆਂਦੀ ਹੈ। 3 ਪ੍ਰਸ਼ਾਦੇ ਬਣਦੇ ਨੇ, ਥਾਲੀ 'ਚ ਪਰੋਸ ਕੇ ਲੈ ਕੇ ਆਂਦੀ ਹੈ, ਔਰ ਬੈਠ ਕੇ ਜਦੋਂ ਖਾਣ ਲੱਗਦੀ ਹੈ ਤੇ ਪਿੱਛੇ ਇੱਕ ਉਹਨਾਂ ਦੇ ਦਰਵਾਜ਼ੇ ਦਾ ਕੁੰਡੀ ਖੜਕਦੀ ਹੈ। ਉਹ ਜਦੋਂ ਪ੍ਰਸ਼ਾਦੇ 3 ਬਣਾ ਕੇ ਲੈ ਕੇ ਆਂਦੀ ਹੈ, ਉਹ 2 ਪ੍ਰਸ਼ਾਦੇ ਆਪਣੇ ਪਤੀ ਵੱਲ ਕਰ ਦਿੰਦੀ ਹੈ, 1 ਪ੍ਰਸ਼ਾਦਾ ਆਪਣੇ ਵੱਲ ਕਰ ਦਿੰਦੀ ਹੈ। ਔਰ ਪਤਨੀ ਕਹਿੰਦੀ ਹੈ ਆਪਣੇ ਪਤੀ ਨੂੰ, ਸਿੰਘਾਂ ਜੀ ਨੂੰ ਕਹਿੰਦੀ ਹੈ ਕਿ ਤੁਸੀਂ ਮਿਹਨਤ ਮਜ਼ਦੂਰੀ ਕਰਨੀ ਹੁੰਦੀ ਹੈ ਤੇ 2 ਪ੍ਰਸ਼ਾਦੇ ਆਪ ਛਕੋ, ਮੈਂ 1 ਖਾਵਾਂਗੀ। ਤੇ ਸਿੰਘਾਂ ਜੀ ਕਹਿੰਦੇ ਨੇ, ਕਹਿੰਦੇ ਨਹੀਂ ਤੁਸੀਂ ਬੱਚੇ ਨੂੰ ਦੁੱਧ ਪਿਆਣਾ ਹੁੰਦਾ ਹੈ, ਇਸ ਲਈ 2 ਪ੍ਰਸ਼ਾਦੇ ਤੁਸੀਂ ਖਾਓ, ਮੈਂ 1 ਪ੍ਰਸ਼ਾਦਾ ਖਾਵਾਂਗਾ। ਤੇ ਹਸਬੈਂਡ ਵਾਈਫ 'ਚ, ਪਤੀ ਪਤਨੀ 'ਚ ਵੀ ਇਹ ਮਿੱਠੀ ਤਕਰਾਰ ਹੋ ਰਹੀ ਹੁੰਦੀ ਹੈ, ਮਿੱਠੀ ਬਹਿਸ ਹੋ ਰਹੀ ਹੁੰਦੀ ਹੈ। ਔਰ ਲਹਿਣਾ ਜੀ ਦੇਖ ਕੇ ਐਨੇ ਹੈਰਾਨ ਹੁੰਦੇ ਨੇ ਕਿ 3 ਦਿਨਾਂ ਦੇ ਭੁੱਖੇ ਨੇ ਔਰ ਪਤੀ ਪਤਨੀ ਦੇ ਵਿੱਚ ਇੰਨਾ ਪ੍ਰੇਮ। ਉਹਨਾਂ ਨੇ ਉਹ ਦੇਖਦੇ ਨੇ ਕਿ ਪਤੀ ਪਤਨੀ ਵਿੱਚ ਇੰਨਾ ਪ੍ਰੇਮ ਹੈ, ਜਿੱਥੇ ਬਾਣੀ ਸਾਨੂੰ ਕਹਿੰਦੀ ਹੈ ਧਨ ਪਿਰ ਇਹ ਨਾ ਆਖੀਐਨ ਬਹਿਨ ਇਕੱਠੇ ਹੋਏ। ਗੁਰਬਾਣੀ ਕਹਿੰਦੀ ਹੈ ਉਹਨੂੰ ਪਤੀ ਪਤਨੀ ਨਾ ਕਹੋ ਜੋ ਇਕੱਠੇ ਬੈਠਦੇ ਨੇ, ਤੇ ਫਿਰ ਕਿਹਨੂੰ ਪਤੀ ਪਤਨੀ ਕਹੀਏ ਅਸੀਂ? ਉਹਨੂੰ ਪਤੀ ਪਤਨੀ ਕਹੋ ਜੋ ਕਿ ਏਕ ਜੋਤ ਦੁਈ ਮੂਰਤੀ, ਧਨ ਪਿਰ ਕਹੀਏ ਸੋਏ। ਕਹਿੰਦੇ ਨੇ ਉਹ ਪਤੀ ਪਤਨੀ ਉਹਨਾਂ ਨੂੰ ਕਹੋ ਕਿ ਜਿਹੜੇ 2 ਮੂਰਤੀ ਨੇ ਪਰ ਉਹਨਾਂ ਦੀ ਜੋਤ ਇੱਕ ਹੈ। ਉਹਨਾਂ ਦੇ ਸਰੀਰ ਜ਼ਰੂਰ 2 ਨੇ ਪਰ ਉਹਨਾਂ 'ਚ ਜੋਤ ਇੱਕ ਹੈ। ਕਿਸ ਤਰ੍ਹਾਂ ਜੋਤ ਇੱਕ ਹੈ? ਕਿ ਆਪਸ 'ਚ ਪਤੀ ਪਤਨੀ 'ਚ ਅੰਡਰਸਟੈਂਡਿੰਗ ਹੈ, ਪਤੀ ਪਤਨੀ ਵਿੱਚ ਪ੍ਰੇਮ ਹੈ। ਤੇ ਇੱਥੇ ਜੋ ਦੇਖੋ ਗੁਰਬਾਣੀ ਨੇ ਜੋ ਕਿਹਾ, ਤੇ ਇੱਥੇ ਸਿੰਘਾਂ ਜੀ ਨੇ ਤੀਸਰਾ ਵੀ ਇਹ ਕਮਾਇਆ ਹੋਇਆ ਹੈ ਉਪਦੇਸ਼। ਪਤੀ ਪਤਨੀ 'ਚ ਇੰਨਾ ਪਿਆਰ ਹੈ ਕਿ ਉਹਨਾਂ 'ਚ ਤਕਰਾਰ ਹੋ ਰਹੀ ਹੈ ਕਿ 2 ਪ੍ਰਸ਼ਾਦੇ ਤੁਸੀਂ ਖਾਓਗੇ, ਪਤਨੀ ਕਹਿੰਦੀ ਹੈ 2 ਪ੍ਰਸ਼ਾਦੇ ਤੁਸੀਂ ਖਾਓਗੇ। ਤੇ ਉਹ ਬੜੇ ਹੈਰਾਨ ਹੁੰਦੇ ਨੇ। ਐਨੇ ਦੇ ਵਿੱਚ ਦਰਵਾਜ਼ਾ ਖਟਕ ਜਾਂਦਾ ਹੈ, ਉੱਥੇ ਇੱਕ ਫਕੀਰ ਆਂਦਾ। ਫਕੀਰ ਕਹਿੰਦਾ ਹੈ ਕਿ ਮੈਂ ਸਾਰਾ ਪਿੰਡ ਘੁੰਮ ਆਇਆ ਹਾਂ ਤੇ ਮੈਨੂੰ ਕਿਤੇ ਵੀ ਪ੍ਰਸ਼ਾਦਾ ਨਹੀਂ ਮਿਲਿਆ, ਤੇ ਮੈਨੂੰ ਪਤਾ ਚੱਲਿਆ ਹੈ ਕਿ ਇੱਥੇ ਇੱਕ ਗੁਰੂ ਨਾਨਕ ਦੇ ਸਿੱਖ ਦਾ ਘਰ ਹੈ,
ਔਰ ਗੁਰੂ ਨਾਨਕ ਦੇ ਸਿੱਖ ਤੋਂ ਕੋਈ ਖਾਲੀ ਨਹੀਂ ਜਾਂਦਾ। ਤੇ ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ, ਮੈਨੂੰ ਪ੍ਰਸ਼ਾਦਾ ਦਿਓ। ਤੇ ਸਿਆਂ ਜੀ ਕਹਿੰਦੇ ਨੇ, ਹੱਸ ਕੇ ਆਪਣੀ ਧਰਮ ਪਤਨੀ ਨੂੰ ਕਹਿੰਦੇ ਨੇ ਇੱਕ ਪ੍ਰਸ਼ਾਦੇ ਦੀ ਸਾਡੇ ਵਿੱਚ ਲੜਾਈ ਹੋ ਰਹੀ ਸੀ, ਝਗੜਾ ਹੋ ਰਿਹਾ ਸੀ, ਚਲੋ ਵਾਹਿਗੁਰੂ ਨੇ ਇਹ ਵੀ ਸਾਡਾ ਨਿਬੇੜਾ ਕਰਤਾ। ਫਕੀਰ ਆ ਗਿਆ, ਤੁਸੀਂ ਇੱਕ ਪ੍ਰਸ਼ਾਦਾ ਉਹਨੂੰ ਦੇ ਆਓ। ਤੇ ਪਤਨੀ ਜਾ ਕੇ ਇੱਕ ਪ੍ਰਸ਼ਾਦਾ ਉਹਨਾਂ ਨੂੰ ਦੇ ਆਂਦੀ ਹੈ, ਫਕੀਰ ਨੂੰ ਦੇ ਆਂਦੀ ਹੈ, ਔਰ ਇੱਕ ਪ੍ਰਸ਼ਾਦਾ ਦੋਨੋਂ ਖਾਣੀ ਜਿਸ ਤਰ੍ਹਾਂ ਹੀ ਖਾਣ ਲੱਗਦੇ ਨੇ ਕਿ ਦਰਵਾਜ਼ੇ ਤੋਂ ਫਿਰ ਆਵਾਜ਼ ਆਂਦੀ ਹੈ ਕਿ ਮੇਰਾ ਪੇਟ ਨਹੀਂ ਭਰਿਆ, ਮੈਨੂੰ ਪ੍ਰਸ਼ਾਦਾ ਹੋਰ ਚਾਹੀਦਾ। ਤੇ ਸਿਆਂ ਜੀ ਕਹਿੰਦੇ ਜਾਓ ਇੱਕ ਪ੍ਰਸ਼ਾਦਾ ਤੁਸੀਂ ਉਹਨਾਂ ਨੂੰ ਹੋਰ ਦੇ ਆਓ, ਅਸੀਂ ਅੱਧਾ ਅੱਧਾ ਖਾ ਲਾਂਗੇ। ਲਹਿਣਾ ਜੀ ਦੇਖ ਕੇ ਐਨੇ ਹੈਰਾਨ ਕਿ 3 ਦਿਨਾਂ ਦੇ ਭੁੱਖੇ ਨੇ, ਪਰ ਫਿਰ ਵੀ ਇਹ ਐਨੀ ਇਹਨਾਂ 'ਚ ਸੰਤੁਸ਼ਟੀ, ਇਹਨਾਂ 'ਚ ਸਬਰ। ਤੇ ਉਹ ਦੇਖੀ ਜਾ ਰਹੇ ਨੇ ਕਿ ਇਹ ਹੁਣ ਕੀ ਹੁੰਦਾ ਹੈ ਅੱਗੇ। ਦੂਸਰਾ ਪ੍ਰਸ਼ਾਦਾ ਵੀ ਫਕੀਰ ਨੂੰ ਦੇ ਆਂਦੇ ਨੇ, ਔਰ ਜਿਸ ਤਰ੍ਹਾਂ ਹੀ ਅੱਧਾ ਅੱਧਾ ਪ੍ਰਸ਼ਾਦਾ ਤੋੜਨ ਲੱਗਦੇ ਨੇ ਤੇ ਫਕੀਰ ਦੀ ਫਿਰ ਆਵਾਜ਼ ਆਂਦੀ ਹੈ, ਮੇਰਾ ਪੇਟ ਨਹੀਂ ਭਰਿਆ, ਮੈਨੂੰ ਪ੍ਰਸ਼ਾਦਾ ਹੋਰ ਦੇ ਦਿਓ। ਉਹਨਾਂ ਨੂੰ ਉਹ ਵੀ ਪ੍ਰਸ਼ਾਦਾ ਕਹਿੰਦੇ ਜਾ ਕੇ ਇਹ ਪ੍ਰਸ਼ਾਦਾ ਵੀ ਉਹਨੂੰ ਦੇ ਆਓ। ਪਤਨੀ ਸਿਆਂ ਜੀ ਦੀ ਗੱਲ ਮੰਨਦੀ ਹੈ, ਔਰ ਤੀਸਰਾ ਪ੍ਰਸ਼ਾਦਾ ਵੀ ਉਹਨੂੰ ਫਕੀਰ ਨੂੰ ਦੇ ਆਂਦੀ ਹੈ। ਫਕੀਰ ਤਿੰਨੋਂ ਪ੍ਰਸ਼ਾਦੇ ਖਾ ਲੈਂਦਾ ਔਰ ਇੰਨੀਆਂ ਬਲੈਸਿੰਗਸ ਦਿੰਦਾ ਹੈ ਕਿ ਤੁਹਾਡਾ ਗੁਰੂ ਤੁਹਾਨੂੰ ਖੂਬ ਸੁੱਖ ਦੇ, ਤੁਹਾਡੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ, ਤੁਹਾਨੂੰ ਬਹੁਤ ਉਹਨਾਂ ਨੂੰ ਅਸੀਸਾਂ ਦਿੰਦਾ ਹੈ। ਔਰ ਲਹਿਣਾ ਜੀ ਐਨੇ ਹੈਰਾਨ ਦੇਖ ਕੇ ਫਕੀਰ ਉੱਥੋਂ ਚਲਾ ਜਾਂਦਾ, ਪਰ ਲਹਿਣਾ ਜੀ ਖੜੇ ਰਹਿੰਦੇ ਨੇ। ਉਹ ਦੇਖਣਾ ਚਾਹੁੰਦੇ ਨੇ ਕਿ ਇਹ 3 ਦਿਨਾਂ ਦੇ ਭੁੱਖੇ, ਇਹਨਾਂ ਨੇ ਆਪਣੇ ਤਿੰਨੋਂ ਪ੍ਰਸ਼ਾਦੇ ਉਹਨਾਂ ਨੂੰ ਦੇ ਦਿੱਤੇ, ਫਕੀਰ ਨੂੰ ਦੇਤੇ। ਹੁਣ ਦੇਖਣਾ ਚਾਹੁੰਦਾ ਮੈਂ ਕਿ ਇਹ ਦੋਨੋਂ ਪਤੀ ਪਤਨੀ ਆਪਸ 'ਚ ਇਹਨਾਂ ਦਾ ਝਗੜਾ ਹੁੰਦਾ ਜਾਂ ਕੀ ਵਾਰਤਾਲਾਪ ਕਰਦੇ ਨੇ। ਉਹ ਐਨੇ ਹੈਰਾਨ ਹੁੰਦੇ ਨੇ ਕਿ ਦੋਨੋਂ ਪਤੀ ਪਤਨੀ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ ਔਰ ਉੱਥੇ ਅਰਦਾਸ ਕਰਦੇ ਨੇ ਕਿ ਹੇ ਸੱਚੇ ਪਾਤਸ਼ਾਹ, ਤੂੰ ਸਾਨੂੰ ਇੰਨਾ ਤੇ ਰਿਜ਼ਕ ਦਿੱਤਾ ਕਿ ਤੇਰੇ ਸਿੱਖ ਦੇ ਘਰ ਤੋਂ ਕੋਈ ਖਾਲੀ ਨਹੀਂ ਗਿਆ। ਸੱਚੇ ਪਾਤਸ਼ਾਹ ਤੇਰਾ ਕੋਟਾਨ ਕੋਟ ਸ਼ੁਕਰਾਨਾ ਕਰਦੇ ਨੇ। ਲਹਿਣਾ ਜੀ ਇੰਨੇ ਹੈਰਾਨ ਹੁੰਦੇ ਨੇ ਕਿ ਇਹ ਇੰਨਾ ਸਬਰ, ਇਹ ਕਿੱਥੋਂ ਆਇਆ ਇਹਨਾਂ 'ਚ ਸਬਰ। ਉਹ ਅੰਦਰ, ਉਹਨਾਂ ਕੋਲ ਰਿਹਾ ਨਹੀਂ ਜਾਂਦਾ ਤੇ ਉਹ ਅੰਦਰ ਜਾਂਦੇ ਨੇ ਔਰ ਜਾ ਕੇ ਸਿੰਘਾਂ ਜੀ ਦੇ ਚਰਨ ਪਕੜ ਲੈਂਦੇ ਨੇ। ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਮੈਨੂੰ ਆਪਣਾ ਸਿੱਖ ਬਣਾ ਲਓ। ਪਰ ਉਹ ਕਹਿੰਦੇ ਨੇ, ਸਿੰਘਾਂ ਜੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਆਪਣਾ ਸਿੱਖ ਕਿਸ ਤਰ੍ਹਾਂ ਬਣਾ ਸਕਦਾ ਹੈ, ਤੁਸੀਂ ਉਹਨਾਂ ਦੇ ਸਿੱਖ ਬਣੋ ਜਿਨ੍ਹਾਂ ਦਾ ਮੈਂ ਸਿੱਖ ਹਾਂ। ਤੇ ਉਹ ਪੁੱਛਦੇ ਨੇ ਤੁਸੀਂ ਕਿਹਦੇ ਸਿੱਖ ਹੋ? ਉਹ ਕਹਿੰਦੇ ਮੈਂ ਗੁਰੂ ਨਾਨਕ ਦਾ ਸਿੱਖ ਹਾਂ। ਤੇ ਲਹਿਣਾ ਜੀ ਪੁੱਛਦੇ ਨੇ ਤੇ ਗੁਰੂ ਨਾਨਕ ਤੇ ਤੁਹਾਡੇ ਗੁਰੂ ਕਿੱਥੇ ਮਿਲਣਗੇ? ਸਿੰਘਾਂ ਜੀ ਕਹਿੰਦੇ ਨੇ ਉਹ ਕਰਤਾਰਪੁਰ ਸਾਹਿਬ ਮਿਲਣਗੇ। ਕਹਿੰਦੇ ਨੇ ਅੱਛਾ। ਉਹਨਾਂ ਦਾ ਜੀਵਨ ਦੇਖ ਕੇ, ਉਹਨਾਂ ਦੀਆਂ ਸਿੰਘਾਂ ਜੀ ਦੀਆਂ ਗੱਲਾਂ ਸੁਣ ਕੇ ਉਹਨਾਂ ਦੇ ਮਨ ਤੇ ਇੰਨਾ ਪ੍ਰਭਾਵ ਪੈਂਦਾ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਾਹ ਪੈਦਾ ਹੋ ਜਾਂਦੀ ਹੈ ਕਿ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਅਗਰ ਉਹਨਾਂ ਦਾ ਸਿੱਖ ਐਦਾਂ ਦਾ ਹੈ ਤੇ ਉਹਨਾਂ ਦਾ ਗੁਰੂ ਕਿਸ ਤਰ੍ਹਾਂ ਦਾ ਹੋਏਗਾ। ਤੇ ਉਦੋਂ ਉਹ ਲਹਿਣਾ ਜੀ ਦੇ ਪਿਤਾ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਤੇ ਉਹਨਾਂ ਦਾ ਜੋ ਕੰਮ ਹੁੰਦਾ ਹੈ, ਸੰਗਤਾਂ ਨੂੰ ਜਗਰਾਤਾ ਕਟਾਣਾ, ਸੰਗਤਾਂ ਨੂੰ ਲੈ ਕੇ ਜਾਣਾ, ਦੇਵੀ ਦੇ ਦਰਸ਼ਨਾਂ ਵਾਸਤੇ ਲੈ ਕੇ ਜਾਣਾ, ਉੱਥੇ ਇਹ ਫਿਰ ਲਹਿਣਾ ਜੀ ਕਰਨ ਲੱਗ ਪੈਂਦੇ ਨੇ। ਤੇ ਇੱਕ ਵਾਰੀ ਜਦੋਂ ਲਹਿਣਾ ਜੀ ਸੰਗਤਾਂ ਨੂੰ ਲੈ ਕੇ ਗਏ ਹੁੰਦੇ ਨੇ ਜਗਰਾਤੇ ਕਟਾਉਣ ਵਾਸਤੇ, ਤੇ ਉਹ ਜਦੋਂ ਜਗਰਾਤਾ ਕੱਟ ਕੇ ਸਵੇਰੇ ਜਦੋਂ ਖੇਤਾਂ ਵੱਲ ਜਾਂਦੇ ਨੇ, ਉਹਨਾਂ ਨੂੰ ਇੱਕ ਬੜੀ ਮਧੁਰ ਆਵਾਜ਼ ਸੁਣਾਈ ਦਿੰਦੀ ਹੈ ਕਿ ਜਿਹਦੀ ਬਾਣੀ ਤੇ, ਔਰ ਉਹਨਾਂ ਨੂੰ ਆਵਾਜ਼ ਸੁਣਾਈ ਦਿੰਦੀ ਹੈ ਕਿ ਆਵਾਜ਼ ਦੇ ਵਿੱਚ ਬਹੁਤ ਰਸ ਹੁੰਦਾ ਹੈ। ਔਰ ਉਹ ਬਾਣੀ ਚੱਲ ਰਹੀ ਹੁੰਦੀ ਹੈ, ਆਸਾ ਜੀ ਦੀ ਵਾਰ ਦੀ ਪੌੜੀ ਚੱਲ ਰਹੀ ਹੁੰਦੀ ਹੈ, ਜਿਤ ਸੇਵੀਏ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਉਹ ਆਵਾਜ਼ ਵੱਲ ਖਿੱਚ ਕੇ, ਉਹ ਇੰਨੀ ਮਧੁਰ ਸੁਰੀਲੀ ਆਵਾਜ਼ ਹੁੰਦੀ ਹੈ ਕਿ ਉਹਦੇ ਵੱਲ ਖਿੱਚ ਕੇ ਉਹ ਉੱਧਰ ਚਲੇ ਜਾਂਦੇ ਨੇ ਔਰ ਜਾ ਕੇ ਪੁੱਛਦੇ ਨੇ ਕਿ ਭਾਈ ਜੀ ਤੁਸੀਂ ਇਹ ਕੀ ਬੋਲ ਰਹੇ ਹੋ? ਉਹ ਕਹਿੰਦੇ ਇਹ ਮੇਰੇ ਗੁਰੂ ਦੀ ਬਾਣੀ ਹੈ। ਕਹਿੰਦੇ ਅੱਛਾ, ਤੇ ਤੁਹਾਡੇ ਗੁਰੂ ਦੀ ਬਾਣੀ ਕੀ ਕਹਿੰਦੀ ਹੈ? ਕਹਿੰਦੇ ਆ ਸਾਡੇ ਗੁਰੂ ਦੀ ਬਾਣੀ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਸੰਭਾਲ ਕੇ ਰੱਖੋ ਜਿੰਨੇ ਕਿ ਤੁਹਾਨੂੰ ਸਾਰੇ ਸੁੱਖ ਦੇਣੇ ਨੇ।
ਔਰ ਜੋ ਅਸੀਂ ਕਰਮ ਕਮਾਉਂਦੇ ਆ ਸਾਨੂੰ ਉਹਨਾਂ ਦਾ ਹੀ ਫਲ ਮਿਲਣਾ ਹੈ, ਤੇ ਫਿਰ ਅਸੀਂ ਬੁਰੇ ਕਰਮ ਕਿਉਂ ਕਰੀਏ। ਉਹਨਾਂ ਤੇ ਬੜਾ ਪ੍ਰਭਾਵ, ਉਹ ਪਹਿਲਾਂ ਹੀ ਸਿਆਂ ਜੀ ਤੋਂ ਇੰਨੇ ਪ੍ਰਭਾਵਿਤ ਹੋ ਚੁੱਕੇ ਹੁੰਦੇ ਨੇ ਕਿ ਇਹ ਗੁਰੂ ਨਾਨਕ ਸਿੱਖ ਦੇ ਦੂਸਰੇ ਸਿੱਖ ਨੂੰ ਮਿਲ ਕੇ, ਇਹਨਾਂ ਦਾ ਨਾਮ ਹੁੰਦਾ ਭਾਈ ਜੋਧ ਜੀ, ਜੋ ਆਸਾ ਜੀ ਦੀ ਵਾਰ ਕਰ ਰਹੇ ਹੁੰਦੇ ਨੇ, ਤੇ ਇਹਨਾਂ ਦੇ ਨਾਲ ਮਿਲ ਕੇ ਤੇ ਇਹਨਾਂ ਦੀ ਬਾਣੀ ਜਦੋਂ ਸੁਣਦੇ ਨੇ ਉਹ ਇੰਨੇ ਪ੍ਰਭਾਵਿਤ ਹੋ ਜਾਂਦੇ ਨੇ ਕਿ ਉਹਨਾਂ ਦੇ ਵਿੱਚ ਫਿਰ ਤੜਪ ਪੈਦਾ ਹੋ ਜਾਂਦੀ ਹੈ। ਉਹ ਪੁੱਛਦੇ ਨੇ, ਕਹਿੰਦੇ ਤੁਹਾਡਾ ਗੁਰੂ ਕੌਣ ਹੈ? ਕਹਿੰਦੇ ਜੀ ਸਾਡਾ ਗੁਰੂ ਗੁਰੂ ਨਾਨਕ ਦੇਵ ਹੈ। ਤੇ ਕਹਿੰਦੇ ਨੇ ਉਹ ਕਿੱਥੇ ਮਿਲਣਗੇ? ਫਿਰ ਉਹਨਾਂ ਨੇ ਵੀ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਮਿਲਣਗੇ। ਤੇ ਉਹਨਾਂ 'ਚ ਇੱਕ ਤੜਪ ਹੋਰ ਵੱਧ ਜਾਂਦੀ ਹੈ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਉਹ ਇੱਕ ਵਾਰੀ ਫਿਰ ਜਦੋਂ ਆਪਣੇ ਸੰਗਤਾਂ ਨੂੰ ਲੈ ਕੇ ਜਾ ਰਹੇ ਹੁੰਦੇ ਨੇ ਤੇ ਰਸਤੇ ਦੇ ਵਿੱਚ ਕਰਤਾਰਪੁਰ ਸਾਹਿਬ ਆਉਂਦਾ ਹੈ, ਤੇ ਉਹ ਆਪਣੀ ਸੰਗਤਾਂ ਨੂੰ ਕਹਿੰਦੇ ਨੇ, ਕਹਿੰਦੇ ਮੈਂ ਸੁਣਿਆ ਇੱਥੇ ਗੁਰੂ ਨਾਨਕ ਤਪਾ ਰਹਿੰਦਾ ਹੈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੂੰ ਤਪਾ ਵੀ ਕਹਿੰਦੇ ਸੀ ਕਿਉਂਕਿ ਉਹਨਾਂ ਨੇ ਬੜੀ ਤਪੱਸਿਆ ਕੀਤੀ ਸੀ। ਤੇ ਉਹ ਕਹਿੰਦੇ ਜੀ ਮੈਂ ਉਹਨਾਂ ਦੇ ਦਰਸ਼ਨਾਂ ਵਾਸਤੇ ਜਾਣਾ ਹੈ, ਤੇ ਜੇ ਤੁਸੀਂ ਚੱਲਣਾ ਤੇ ਤੁਸੀਂ ਵੀ ਚੱਲੋ। ਪਰ ਸੰਗਤਾਂ ਦੇਵੀ ਨੂੰ ਮੰਨਦੀਆਂ ਸੀ ਤੇ ਸੰਗਤਾਂ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਨਹੀਂ ਹੋਈਆਂ। ਤੇ ਉਹਨਾਂ ਨੇ ਫਿਰ ਕਿਹਾ ਕਿ ਉਹ ਘੋੜਾ ਲੈ ਕੇ ਉਹ ਆਪ ਹੀ ਚੱਲ ਪਏ। ਜਦੋਂ ਜਾ ਰਹੇ ਹੁੰਦੇ ਨੇ ਤੇ ਰਸਤੇ ਵਿੱਚ ਉਹਨਾਂ ਨੂੰ ਇੱਕ ਬਜ਼ੁਰਗ ਮਿਲਦੇ ਨੇ, ਬਹੁਤ ਚਿਹਰੇ ਤੇ ਨੂਰ ਹੁੰਦਾ ਹੈ, ਚਿੱਟਾ ਦਾੜਾ ਹੁੰਦਾ ਹੈ, ਤੇ ਉਹ ਜਾਂਦੇ ਨੇ, ਉਹ ਰਸਤੇ 'ਚ ਬਜ਼ੁਰਗ ਨੂੰ ਪੁੱਛਦੇ ਨੇ, ਬਜ਼ੁਰਗੋ ਤੁਸੀਂ ਮੈਨੂੰ ਗੁਰੂ ਨਾਨਕ ਦਾ ਘਰ ਦੱਸੋਗੇ, ਉਹ ਕਿੱਥੇ ਰਹਿੰਦੇ ਨੇ? ਤੇ ਬਜ਼ੁਰਗ ਕਹਿੰਦੇ ਨੇ, ਕਹਿੰਦੇ ਚਲੋ ਤੁਹਾਨੂੰ ਮੈਂ ਲੈ ਚੱਲਦਾ। ਤੇ ਲਹਿਣਾ ਜੀ ਘੋੜੇ ਤੇ ਹੁੰਦੇ ਨੇ ਤੇ ਨਾਲ ਉਹ ਬਜ਼ੁਰਗ ਉਹਨਾਂ ਦੇ ਨਾਲ ਪੈਦਲ ਤੁਰ ਪੈਂਦੇ ਨੇ। ਜਦੋਂ ਉਹ ਜਾਂਦੇ ਨੇ ਇੱਕ ਘਰ ਦੇ ਅੱਗੇ ਰੁਕ ਜਾਂਦੇ ਨੇ ਤੇ ਉਹਨਾਂ ਨੂੰ ਬਜ਼ੁਰਗ ਕਹਿੰਦੇ ਨੇ, ਕਹਿੰਦੇ ਤੁਸੀਂ ਆਪਣਾ ਘੋੜਾ ਇੱਥੇ ਬੰਨ੍ਹ ਦਿਓ ਤੇ ਅੰਦਰ ਜਾ ਕੇ ਤੁਸੀਂ ਦਰਸ਼ਨ ਕਰ ਲਓ। ਤੇ ਜਦੋਂ ਲਹਿਣਾ ਜੀ ਆਪਣਾ ਘੋੜਾ ਬੰਨ੍ਹ ਕੇ ਅੰਦਰ ਜਾਂਦੇ ਨੇ ਤੇ ਉਹ ਇੰਨੇ ਹੈਰਾਨ ਹੁੰਦੇ ਨੇ, ਉਹ ਦੇਖਦੇ ਨੇ ਉਹ ਉਹੀ ਬਜ਼ੁਰਗ ਨੇ ਜੋ ਕਿ ਉਹਨਾਂ ਨੂੰ ਉੱਥੇ ਲੈ ਕੇ ਆਏ ਹੁੰਦੇ ਨੇ। ਤੇ ਉਹ ਸੱਚੇ ਪਾਤਸ਼ਾਹ, ਉਹਨਾਂ ਦੀ ਅੱਖਾਂ, ਲਹਿਣਾ ਜੀ ਦੀਆਂ ਅੱਖਾਂ 'ਚ ਪ੍ਰੇਮ ਦੇ ਹੰਝੂ ਆ ਜਾਂਦੇ ਨੇ ਕਿ ਇੰਨੇ ਨੀਵੇਂ, ਇੰਨੇ ਨਮਰਤਾ ਵਾਲੇ, ਤੇ ਉਹਨਾਂ ਦੇ ਚਰਨੀ ਪੈ ਜਾਂਦੇ ਨੇ, ਉਹਨਾਂ ਦੇ ਚਰਨ ਪਕੜ ਲੈਂਦੇ ਨੇ ਔਰ ਕਹਿੰਦੇ ਨੇ, ਗੁਰੂ ਸੱਚੇ ਪਾਤਸ਼ਾਹ ਮੇਰੇ ਕੋ ਤੇ ਬੜੀ ਭੁੱਲ ਹੋ ਗਈ, ਮੇਰੇ ਤੇ ਪਾਪ ਬਖਸ਼ਾਓ, ਮੈਂ ਤੇ ਤੁਹਾਨੂੰ, ਮੈਨੂੰ ਪਤਾ ਨਹੀਂ ਸੀ, ਮੇਰੇ ਤੋਂ ਤੇ ਬੜੀਆਂ ਵੱਡੀਆਂ ਗਲਤੀਆਂ ਹੋ ਗਈਆਂ ਨੇ, ਮੈਂ ਤੁਹਾਨੂੰ ਐਦਾਂ ਪੈਦਲ ਲੈ ਕੇ ਆਇਆ। ਤੇ ਉਹ ਬੜੇ ਬਾਬਾ ਜੀ ਬੜੇ ਪਿਆਰ ਦੇ ਨਾਲ, ਗੁਰੂ ਨਾਨਕ ਦੇਵ ਪਾਤਸ਼ਾਹ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਪੁੱਛਦੇ ਆ, ਭਾਈ ਤੇਰਾ ਨਾਮ ਕੀ ਹੈ? ਤੇ ਉਹ ਕਹਿੰਦੇ ਨੇ ਕਿ ਮੇਰਾ ਨਾਮ ਲਹਿਣਾ ਹੈ। ਕਹਿੰਦੇ ਆ ਜੇ ਤੂੰ ਲੈਣਾ ਹੈ ਤੇ ਮੈਂ ਦੇਣਾ ਹੈ। ਤੇ ਉਹ ਕਹਿੰਦੇ ਜੋ ਲੈਣਦਾਰ ਹੁੰਦਾ ਹੈ ਉਹ ਹਮੇਸ਼ਾ ਉੱਚਾ ਹੁੰਦਾ ਹੈ, ਉਹ ਚੜ ਕੇ ਆਂਦਾ ਹੈ, ਤੇ ਤੂੰ ਲੈਣਾ ਹੈ ਤੇ ਅਸੀਂ ਦੇਣਾ। ਪਰ ਫਿਰ ਲਹਿਣਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇੰਨਾ ਪ੍ਰੇਮ ਕੀਤਾ ਕਿ ਫਿਰ ਤੁਹਾਨੂੰ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਉਹਨਾਂ ਦੇ ਰੰਗ 'ਚ ਰੰਗ ਗਏ, ਉਹਨਾਂ ਦੀ ਭਗਤੀ 'ਚ ਰੰਗ ਗਏ, ਉਹਨਾਂ ਦੇ ਬਚਨ ਉਹਨਾਂ ਨੇ ਸੁਣੇ, ਉਹਨਾਂ ਦੇ ਉਪਦੇਸ਼ ਕਮਾਏ, ਉਹਨਾਂ ਨੇ ਉਹ ਸੇਵਾ ਸਿਮਰਨ ਇੰਨਾ ਕੀਤਾ ਕਿ ਉਹ ਫਿਰ ਉਹਨਾਂ ਦਾ ਹੀ ਅੰਸ਼ ਬਣ ਗਏ। ਤੇ ਉਸ ਟਾਈਮ ਤੇ ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲੇ ਸੀ, ਉਦੋਂ ਉਹਨਾਂ ਦੀ ਉਮਰ ਸੀ 28 ਸਾਲ ਸੀ। ਉਹਨਾਂ ਨੇ ਇੱਕ ਉਪਦੇਸ਼ ਉਹਨਾਂ ਦਾ ਕਮਾਇਆ, ਉਹਨਾਂ ਦੇ ਜੀਵਨ, ਉਹਨਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਤੁਸੀਂ ਸਾਰੇ ਜਾਣੂ ਹੋ। ਭਾਈ ਲਹਿਣਾ ਜੀ ਦੇ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਬਣ ਗਏ, ਤੁਸੀਂ ਉਹਨਾਂ ਦੀਆਂ ਸਾਖੀਆਂ ਤੋਂ ਸਭ ਜਾਣੂ ਹੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਦੀ ਸੇਵਾ ਦੇਖ ਕੇ, ਉਹਨਾਂ ਦੀ ਭਗਤੀ ਦੇਖ ਕੇ ਆਪਣੀ ਜੋਤ ਲਹਿਣਾ ਜੀ 'ਚ ਟਿਕਾਈ, ਉਹਨਾਂ ਨੂੰ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਬਣਾਇਆ। ਤੇ ਉਹਦੇ ਵਿੱਚ ਫਿਰ ਕਈ ਸੰਗਤਾਂ ਨੇ, ਉੱਥੇ ਦੀਆਂ ਸੰਗਤਾਂ ਨੇ ਆਬਜੈਕਸ਼ਨ ਵੀ ਲਿੱਤਾ ਕਿ ਸਤਿਗੁਰੂ ਤੁਹਾਡੇ ਤੇ ਆਪਣੇ ਪੁੱਤਰ ਹੈਗੇ ਨੇ, ਤੁਸੀਂ ਉਹਨਾਂ ਨੂੰ ਗੁਰਗੱਦੀ ਕਿਉਂ ਨਹੀਂ ਦਿੱਤੀ? ਪਰ ਉਪਦੇਸ਼ ਜੋ ਕਮਾਉਂਦਾ ਹੈ, ਉਹ ਕਹਿੰਦੇ ਨੇ, ਬਾਬਾ ਜੀ ਨੇ ਕਿਹਾ ਆਪਣੀ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਕਿਹਾ, ਕਹਿੰਦੇ ਨੇ ਕਿ ਉਹ ਵੀ ਪੁੱਤਰ ਨੇ, ਉਹ ਵੀ ਨੇਕ ਦਿਲ ਨੇ, ਕੋਈ ਗਲਤ ਕੰਮ ਨਹੀਂ ਕਰਦੇ ਨੇ। ਤੇ ਪਰ ਉਹਨਾਂ ਨੇ ਕਿਹਾ ਮੈਂ ਆਪਣੇ ਪੁੱਤਰਾਂ ਨੂੰ ਵੀ ਵਾਂਝਾ ਨਹੀਂ ਰੱਖਿਆ, ਜੋ ਆਪਣੀ ਜੱਦੀ ਜਾਇਦਾਦ ਹੈਗੀ ਮੈਂ ਆਪਣੇ ਪੁੱਤਰਾਂ ਨੂੰ ਦਿੱਤੀ ਹੈ, ਪਰ ਜੋ ਸੰਗਤਾਂ ਦਾ ਹੈਗਾ ਉਹ ਫਿਰ ਉਸ ਨੂੰ ਹੀ ਮਿਲੇਗਾ ਜੋ ਕਿ ਕਾਬਿਲ ਹੈ। ਔਰ ਇਸ ਲਈ ਜਿਨੇ ਕਮਾਇਆ, ਜਿਨੇ ਉਪਦੇਸ਼ ਕਮਾਇਆ, ਪਰ ਇਹਦੇ 'ਚ ਵੀ ਸੰਗਤਾਂ ਨੂੰ ਫਿਰ ਆਬਜੈਕਸ਼ਨ ਸੀ।
ਤੇ ਇਹਦੇ 'ਚ ਬਹੁਤ ਸਾਰੀਆਂ ਸਾਖੀਆਂ ਨੇ ਜੋ ਕਿ ਭਾਈ ਲਹਿਣਾ ਜੀ ਨੇ ਉਹਨਾਂ ਦੀ ਸੇਵਾ ਦੇ ਵਿੱਚ ਬਹੁਤ ਸਾਰੀਆਂ ਉਹਨਾਂ ਦੀ ਸੇਵਾ ਨਿਭਾਈ, ਔਰ ਉਹਨਾਂ ਦੇ ਬਚਨ, ਉਹਨਾਂ ਨੇ ਉਹਨਾਂ ਦਾ ਹੁਕਮ ਕੋਈ ਭਾਰ ਮੰਨ ਕੇ ਨਹੀਂ ਮੰਨਿਆ। ਉਹਨਾਂ ਦਾ ਹੁਕਮ, ਉਹਨਾਂ ਨੇ ਉਹਨਾਂ ਦੇ ਬਚਨ, ਉਹਨਾਂ ਨੇ ਬੜੇ ਪਿਆਰ ਦੇ ਨਾਲ, ਸਤਿਕਾਰ ਦੇ ਨਾਲ ਉਹਨਾਂ ਦੇ ਬਚਨ ਉਹਨਾਂ ਨੇ ਕਮਾਏ, ਉਪਦੇਸ਼ ਕਮਾਏ। ਔਰ ਇਹ ਸਾਰਾ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਉਹ ਕਿਸ ਤਰ੍ਹਾਂ ਬਣੇ? ਉਹ ਸਿੱਖ ਦੀ ਜੀਵਨ ਦੇਖ ਕੇ, ਕਿਉਂਕਿ ਉਹ ਪਹਿਲਾਂ ਭਾਈ ਸਿਆਂ ਜੀ ਨੂੰ ਮਿਲੇ ਸੀ। ਭਾਈ ਸਿਆਂ ਜੀ ਤੋਂ ਉਹਨਾਂ ਨੇ ਜਦੋਂ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਸੀ, ਫਿਰ ਉਸ ਤੋਂ ਬਾਅਦ ਜਦੋਂ ਉਹ ਦੂਸਰੇ ਭਾਈ ਜੋਧ ਜੀ ਨੂੰ ਮਿਲੇ ਸੀ, ਉਹਨਾਂ ਦੇ ਜੀਵਨ ਤੋਂ ਉਹ ਪ੍ਰਭਾਵਿਤ ਹੋਏ ਸੀ। ਤੇ ਇਸ ਲਈ ਜੋ ਸਿੱਖ ਦੀ ਜੋ ਸਿੱਖ ਦਾ ਜੀਵਨ ਹੈ, ਉਹ ਸਿੱਖ ਦਾ ਜੀਵਨ ਆਪ ਹੀ ਪ੍ਰਚਾਰ ਹੈ। ਤੇ ਇਸ ਲਈ ਇਹ ਹੁਣ ਜਿਹੜਾ ਆਹ ਵਾਲਾ ਸ਼ਬਦ ਹੈ ਜੋ ਲਖੀ ਨਾ ਜਾਈ ਨਾਨਕ ਲੀਲਾ, ਇਹਦੇ ਚ ਕਹਿੰਦੇ ਨੇ ਕਿ ਜੋ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਓਂਕਾਰ ਨਾਲ ਜੋੜਿਆ, ਕਿ ਜੋ ਇੱਕ ਪਰਮ ਸ਼ਕਤੀ ਹੈ ਉਹਨਾਂ ਦੇ ਨਾਲ ਜੋੜਿਆ। ਔਰ ਉਹਨਾਂ ਨੇ ਕੀ ਕਿਹਾ ਕਿ ਉਸ ਪਰਮਾਤਮਾ ਦੀ ਤੇ ਲੀਲਾ ਲਿਖੀ ਹੀ ਨਹੀਂ ਜਾ ਸਕਦੀ। ਉਹ ਇੰਨਾ ਉੱਚਾ ਹੈ, ਇੰਨਾ ਸੁੱਚਾ ਹੈ, ਇੰਨਾ ਮਹਾਨ ਹੈ ਕਿ ਉਹਦੀ ਤੇ ਲੀਲਾ, ਉਹਦੀ ਤੇ ਲਿਖੀ ਹੀ ਨਹੀਂ ਜਾ ਸਕਦੀ। ਆਪੇ ਸੂਖਮ ਆਪੇ ਅਸਥੂਲਾ, ਅਸੀਂ ਸੂਖਮ ਅਸਥੂਲਾ ਦੀ ਵੀ, ਅਸਥੂਲ ਔਰ ਅਸੀਂ ਸੂਖਮ ਦੀ ਵੀ ਅਸੀਂ ਪਹਿਲਾਂ ਕਰ ਚੁੱਕੇ ਹਾਂ। ਉਹ ਕਹਿੰਦੇ ਨੇ ਕਿ ਜਿਹੜਾ ਪਰਮਾਤਮਾ ਹੈਗਾ, ਉਹ ਜੋ ਦਿਖਦਾ ਹੈ, ਜੋ ਅਸਥੂਲ ਹੈ, ਉਹਦੇ ਵਿੱਚ ਵੀ ਉਹ ਆਪ ਹੀ ਵਸਦਾ ਹੈ। ਔਰ ਜੋ ਚੀਜ਼ ਨਹੀਂ ਵੀ ਦਿਸਦੀ, ਉਹਦੇ ਵਿੱਚ ਵੀ ਪਰਮਾਤਮਾ ਆਪ ਵਸਦਾ ਹੈ। ਓਮ ਸਾਧ ਸਤਿਗੁਰ ਨਮਸਕਾਰਨ, ਕਹਿੰਦੇ ਨੇ ਕਿ ਜਿਹੜਾ ਸਤਿਗੁਰੂ ਹੈ ਉਹਨੂੰ ਨਮਸਕਾਰ ਹੈ, ਪਰਮ ਸ਼ਕਤੀ ਨੂੰ ਉਹ ਨਮਸਕਾਰ ਕਰਦੇ ਨੇ। ਔਰ ਉਹ ਸ਼ਕਤੀ, ਪਰਮ ਸ਼ਕਤੀ ਕਿਹੜੀ ਹੈ? ਆਦ ਮਦ ਅੰਤ ਨਿਰੰਕਾਰਨ, ਕਹਿੰਦੇ ਜਿਹੜੇ ਉਹ ਨਿਰੰਕਾਰ ਹੈ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਔਰ ਉਹ ਅੰਤ ਤੱਕ ਰਹੇਗਾ। ਆਪੇ ਸੁਨ ਆਪੇ ਸੁਖ ਆਸਨ, ਕਹਿੰਦੇ ਜਦੋਂ ਸ੍ਰਿਸ਼ਟੀ ਦੀ ਰਚਨਾ ਨਹੀਂ ਹੋਈ ਸੀ, ਉਦੋਂ ਵੀ ਉਹ ਪਰਮ ਸ਼ਕਤੀ ਆਪ ਹੀ ਸੀ, ਔਰ ਹਰ ਇੱਕ ਚੀਜ਼ 'ਚ ਉਹ ਆਪ ਹੀ ਸੀਗਾ। ਪਰਮ ਸ਼ਕਤੀ ਉਹ ਆਪ ਹੀ ਸੀ। ਆਪੇ ਸੁਨਤ ਆਪ ਹੀ ਜਾਸਨ, ਜਦੋਂ ਕੋਈ ਵੀ ਨਹੀਂ ਸੀ, ਜਦੋਂ ਰਚਨਾ ਹੀ ਨਹੀਂ ਹੋਈ ਸੀ, ਉਦੋਂ ਉਹ ਆਪੇ ਜੋ ਆਪਣਾ ਜਸ ਹੈ, ਉਹ ਆਪਣੇ ਜਸ ਆਪ ਹੀ ਸੁਣਦਾ ਸੀ, ਆਪ ਹੀ ਆਪਣਾ ਜਸ ਗਾਇਨ ਕਰਦਾ ਸੀ, ਆਪੇ ਹੀ ਆਪਣਾ ਜਸ ਸੁਣਦਾ ਸੀ। ਕਿਉਂਕਿ ਪਰਮਾਤਮਾ ਹੈ, ਪਰਮਾਤਮਾ ਨੂੰ ਅਗਰ ਅਸੀਂ ਉਹਦੀ ਵਡਿਆਈ ਕਰ ਦਈਏ, ਪਰਮਾਤਮਾ ਵੱਡਾ ਨਹੀਂ ਹੋ ਜਾਂਦਾ। ਅਗਰ ਪਰਮਾਤਮਾ ਨੂੰ ਕੋਈ ਗਲਤ ਕਹਿੰਦਾ, ਜੋ ਪਰਮਾਤਮਾ ਨੂੰ ਨਹੀਂ ਵੀ ਮੰਨਦਾ, ਤੇ ਪਰਮਾਤਮਾ ਕੋਈ ਘਟਦਾ ਵੀ ਨਹੀਂ ਹੈ। ਉਹ ਜੋ ਪਰਮ ਸ਼ਕਤੀ ਹੈ, ਉਹ ਤੇ ਆਪਣੇ ਆਪ ਦੇ ਵਿੱਚ ਹੀ ਇੱਕ ਹੋਂਦ ਹੈ। ਇਸ ਲਈ ਆਪਨ ਆਪ ਆਪੇ ਉਪਾਇਓ, ਜੋ ਉਹ ਹੈ ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਹੀ ਉਹ ਉਤਪੰਨ ਹੋਈ ਹੈ। ਆਪੇ ਬਾਪ ਆਪ ਹੀ ਮਾਇਓ, ਕਹਿੰਦੇ ਉਹਦੇ ਕੋਈ ਮਾਤਾ ਨਹੀਂ, ਉਹ ਆਪ ਹੀ ਆਪਣੀ ਮਾਂ ਹੈ, ਉਹ ਆਪ ਹੀ ਖੁਦ ਆਪਣਾ ਬਾਪ ਹੈ। ਉਹਨੂੰ ਕਿਸੇ ਨੇ ਪੈਦਾ ਨਹੀਂ ਕੀਤਾ, ਉਹ ਆਪਣੇ ਆਪ ਤੋਂ ਉਤਪੰਨ ਹੋਈ ਹੈ, ਉਹ ਪਰਮ ਸ਼ਕਤੀ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਕਹਿੰਦੇ ਬਾਬਾ ਜੀ ਫਿਰ ਉਹ ਆਪਣੇ ਆਪ ਨੂੰ ਨਮਰ ਕਰਕੇ ਕਹਿੰਦੇ ਨੇ ਉਹ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਕਿ ਹੇ ਵਾਹਿਗੁਰੂ, ਤੂੰ ਮੇਰੇ ਤੇ ਇੰਨੀ ਕਿਰਪਾ ਕਰ ਕਿ ਮੈਂ ਤੇਰੇ ਸੰਤਨ ਕੀ ਮਨ ਹੋਏ ਰਵਾਲਾ, ਕਿ ਮੈਂ ਤੇਰਾ ਉਸਤਤ ਕਰਦੇ ਨੇ, ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਉਹਨਾਂ ਦੀ ਧੂਲ ਬਣ ਕੇ ਰਵਾਂ। ਤੇ ਇਸ ਲਈ ਸੰਗਤ ਜੀ, ਆਓ ਅਸੀਂ ਅੱਜ ਅਰਦਾਸ ਕਰੀਏ ਕਿ ਹੇ ਵਾਹਿਗੁਰੂ, ਸਾਡੇ ਤੇ ਵੀ ਇੰਨੀ ਮਿਹਰ ਕਰੋ ਕਿ ਅਸੀਂ ਵੀ ਆਪ ਜੀ ਦੇ ਬਚਨ ਸੁਣੀਏ, ਅਸੀਂ ਵੀ ਆਪ ਜੀ ਦੇ ਬਚਨ ਕਮਾਈਏ, ਔਰ ਅਸੀਂ ਵੀ ਆਪ ਜੀ ਦੇ ਬਚਨ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਅਸੀਂ ਵੀ ਆਪਣਾ ਜੀਵਨ ਸਫਲਾ ਕਰੀਏ। ਤੇ ਆਓ ਹੁਣ ਅਸੀਂ ਸ਼ਬਦ ਪੜ੍ਹਦੇ ਹਾਂ, ਤੇ ਐਨੀ ਜੀ ਸੇਵਾ ਪ੍ਰਵਾਨ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ ਜੀ।
लखी न जाई नानक लीला, लखी न जाई नानक लीला। लखी न जाई नानक लीला। आपे सुखम आपे स्थूला, आपे सुखम आपे स्थूला। लखी न जाई नानक लीला। लखी न जाई नानक लीला। आपे सुखम आपे स्थूला, आपे सुखम आपे स्थूला। लखी न जाई नानक लीला। ओम सा सतगुरु नमस्कारं, आद मद अंत निरंकारं। ओम सा सतगुरु नमस्कारं, आद मद अंत निरंकारं। आद मद अंत निरंकारं, आद मद अंत निरंकारं। आपे सुखम आपे स्थूला, आपे सुखम आपे स्थूला। लखी न जाई नानक लीला। आपे सुन आपे सुख आसन, आपे सुनत आप ही जासन। आपे सुन आपे सुख आसन, आपे सुनत आप ही जासन। आपे सुनत आपे ही जासन। आपे सुनत आपे ही जासन। आपे सुखम आपे स्थूला, आपे सुखम
कर कृपा प्रभ दीन दयाला, तेरी संतन की मन होए रवाला। कर कृपा प्रभ दीन दयाला, तेरी संतन की मन होए रवाला। तेरे संतन की मन होए रवाला, तेरे संतन की मन होए रवाला। आपे सुखम आपे स्थूला, आपे सुखम आपे स्थूला। लखी न जाई नानक लीला, लखी न जाई नानक लीला। आपे सुखम आपे स्थूला, आपे सुखम आपे स्थूला, आपे सुखम आपे स्थूला। लखी न जाई नानक लीला, लखी न जाई नानक लीला, लखी न जाई नानक लीला, लखी न जाई नानक लीला। नानक लीला, नानक लीला। वाहिगुरु वाहिगुरु जी का खालसा, वाहिगुरु जी की फतेह। भुल्लां चुकां दी खिमा कर देना जी।